ਸਤਿ ਸ੍ਰੀ ਅਕਾਲ ਦੋਸਤੋ, मैं ਸ਼ਿੰਦਰਪਾਲ ਰਾਜਿਆਣਾ। ਆਪ ਦਰਸ਼ਕਾਂ ਦੀ ਕਚਹਿਰੀ ਦੇ ਅੰਦਰ ਅਸੀਂ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ, ਨਵੀਂ ਤੋਂ ਨਵੀਂ ਖਬਰ ਵੱਖਰੇ ਵੱਖਰੇ ਚਿਹੜੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਕਿਉਂਕਿ ਅੱਜ ਸੰਸਾਰ ਦੇ ਅੰਦਰ ਹਰ ਇੱਕ ਬੰਦਾ, ਹਰ ਇੱਕ ਮਨੁੱਖ ਵੱਖ-ਵੱਖ ਖਿੱਤਿਆਂ ਦੇ ਨਾਲ ਜਿਵੇਂ ਜੁੜਿਆ ਹੁੰਦਾ ਹੈ। ਜਿਵੇਂ ਕੋਈ ਖੇਤੀਬਾੜੀ ਦੇ ਨਾਲ ਜੁੜਿਆ ਹੈ, ਕੋਈ ਕਿਸੇ ਮਹਿਕਮੇ ਦੇ ਨਾਲ ਜੁੜਿਆ ਹੈ, ਕਿਸੇ ਨੂੰ ਕੋਈ ਸ਼ੌਂਕ ਹੁੰਦਾ ਹੈ, ਕਿਸੇ ਨੂੰ ਕੋਈ ਸ਼ੌਂਕ ਹੁੰਦਾ ਹੈ। ਅਤੇ ਇਹਨਾਂ ਖਿੱਤਿਆਂ ਦੇ ਅੰਦਰ ਕਈਆਂ ਨੂੰ ਸ਼ੌਂਕ ਹੈ ਗਾਉਣ ਦਾ, ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ। ਲੋਕਾਂ ਦੇ ਗਾਇਕੀ ਦੇ ਖੇਤਰ ਦੇ ਅੰਦਰ ਜਿਵੇਂ ਬਹੁਤ ਸਾਰੇ ਮੁੱਦੇ ਬਣਦੇ ਨੇ, ਕਈ ਦੁਨਿਆਵੀ ਚੀਜ਼ਾਂ ਨੂੰ ਲੈ ਕੇ ਗਾਇਕੀ ਆਰੰਭ ਹੁੰਦੀ ਹੈ, ਕਈ ਸਰਕਾਰਾਂ ਦੇ ਉੱਪਰ ਗਾਇਆ ਜਾਂਦਾ ਹੈ, ਕਈਆਂ ਨਸ਼ਿਆਂ ਦੇ ਉੱਪਰ ਵੀ ਗਾਇਆ ਜਾਂਦਾ ਹੈ। ਵੱਖਰੇ ਵੱਖਰੇ ਸ਼ੌਂਕ ਲੈ ਕੇ ਚੱਲਣ ਵਾਲੇ ਗਾਇਕ ਅੱਜ ਇੱਕ ਨਵਾਂ ਅੰਦਾਜ਼, ਨਵੀਂ ਆਵਾਜ਼, ਜਿਵੇਂ ਪਿਛਲੇ ਭੁੱਲ ਚੁੱਕੇ ਨਰਿੰਦਰ ਬੀਬਾ ਜੀ, ਉਹਨਾਂ ਦੇ ਅੰਦਾਜ਼, ਉਹਨਾਂ ਦੀ ਆਵਾਜ਼ ਨੂੰ ਦੁਬਾਰਾ ਫਿਰ ਮੁੜ ਸੰਸਾਰ ਦੇ ਅੰਦਰ ਮਸ਼ਹੂਰ ਕਰਨ ਦੇ ਲਈ ਅੱਜ ਸਾਡੇ ਕੋਲ ਪਹੁੰਚੇ ਨੇ ਕੁਲਵੀਰ ਗੋਗੀ ਜੀ। ਕੁਲਵੀਰ ਗੋਗੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੂੰ ਇਹ ਜਿਹੜਾ ਸ਼ੌਂਕ ਹੈ ਗਾਇਕੀ ਦਾ ਕਿੱਥੋਂ ਪਿਆ ਹੈ, ਕਿਵੇਂ ਉਹਨਾਂ ਨੇ ਗਾਇਕੀ ਦੇ ਵੱਲ ਨੂੰ ਵਧੇ, ਕਿਹੜੇ ਢੰਗ ਦੀ ਉਹ ਗਾਇਕੀ ਜਿਹੜੀ ਉਹ ਪੇਸ਼ ਕਰ ਰਹੇ ਨੇ। ਸਭ ਤੋਂ ਪਹਿਲਾਂ ਕੁਲਵੀਰ ਗੋਗੀ ਜੀ, ਆਪ ਜੀ ਦਾ ਸਵਾਗਤ ਹੈ। ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ। ਅਸੀਂ ਜਾਣਕਾਰੀ ਲਵਾਂਗੇ ਇਹ ਜਿਹੜਾ ਗਾਇਕੀ ਦੇ ਖੇਤਰ ਦੇ ਵੱਲ ਤੁਹਾਡਾ ਆਉਣਾ ਕਦੋਂ ਤੋਂ ਹੈ? ਮੇਰੀ ਏਜ ਉਦੋਂ ਤਕਰੀਬਨ 17 ਕੁ ਸਾਲ ਦੀ ਸੀ ਅਤੇ ਮੈਂ ਗੁਰੂ ਘਰ ਜਾਣਾ ਅਤੇ ਮੈਂ ਉੱਥੋਂ ਜਿਹੜੀ ਦੀ ਧਾਰਮਿਕ ਸ਼ਬਦ ਗਾਉਣੇ, ਉੱਥੋਂ ਮੇਰੀ ਸ਼ੁਰੂਆਤ ਹੋਈ ਆ ਗੁਰੂ ਘਰ ਦੇ ਵਿੱਚ। ਜਦੋਂ ਸ਼ਬਦ ਗਾਉਣੇ ਉਦੋਂ ਮੇਰੇ ਪਾਪਾ ਜੀ ਨੂੰ ਸਾਰਿਆਂ ਨੇ ਕਹਿਣਾ ਵੀ ਇਹ ਲੜਕੀ ਨੂੰ ਤੁਸੀਂ ਗਾਇਕੀ ਬਹੁਤ ਸੋਹਣੀ ਆ ਅਤੇ ਤੁਸੀਂ ਤੁਹਾਡਾ ਰਿਸਪੌਂਸ ਚਾਹੀਦਾ। ਉੱਥੋਂ ਮੈਂ ਜਾਣੀ ਦੀ ਗਾਇਕੀ ਆਪਦੀ ਸ਼ੁਰੂ ਕੀਤੀ ਹੈ। ਧਾਰਮਿਕੀ ਪੱਖ ਤੋਂ ਹਟ ਕੇ ਇਹ ਜਿਹੜੀ ਗਾਇਕੀ ਆਰੰਭ ਕੀਤੀ? ਜੀ ਜੀ, ਹਾਂਜੀ ਹਾਂਜੀ, ਗੁਰੂ ਘਰ ਤੋਂ ਹੀ ਕੀਤੀ ਹੈ। ਅਤੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਲਵਾਂਗੇ ਤੁਹਾਡਾ ਜਿਹੜਾ ਉਸਤਾਦ ਹੈ ਕੌਣ ਹੈ, ਉਹਨਾਂ ਦਾ ਨਾਂ ਕੀ ਹੈ ਜਿਹਨੇ ਤੁਹਾਨੂੰ ਇਸ ਖਿੱਤੇ ਦੇ ਵਿੱਚ ਪਾਇਆ? ਜੀ, ਉਸਤਾਦ ਤਾਂ ਸਰ ਹਜੇ ਤੱਕ ਮੇਰਾ ਕੋਈ ਵੀ ਨਹੀਂ, ਪਰ ਮੈਂ ਉਸ ਪਰਮਾਤਮਾ ਦਾ ਮੈਂ ਬਹੁਤ ਬਹੁਤ ਇਹਦੇ ਲਈ ਧੰਨਵਾਦ ਕਰਦੀ ਹਾਂ ਕਿ ਜਿਸ ਨੇ ਮੈਨੂੰ ਇੱਕ ਕਲਾ ਬਖਸ਼ੀ ਆ, ਕਿ ਮੈਂ ਸਿੱਖਿਆ ਵੀ ਕਿਸੇ ਕੋਲੋਂ ਨਹੀਂ ਗਈ। ਮੈਂ ਇੰਨਾ ਸੀਗਾ, ਜਦੋਂ ਮੇਰੀ ਸ਼ੁਰੂਆਤ ਹੋਈ ਸੀ ਚਮਕੌਰ ਸਿੰਘ ਸੀਗਾ ਗੁਰਸਿੱਖ ਮੰਡੀ ਰੋਡਾਂ ਵਾਲੀ ਤੋਂ, ਉਹਨਾਂ ਤੋਂ ਸ਼ੁਰੂਆਤ ਕੀਤੀ ਸੀਗੀ ਮੈਂ। ਚਮਕੌਰ ਸਿੰਘ ਜੀ, ਉਹਨਾਂ ਤੋਂ ਸ਼ੁਰੂਆਤ ਕੀਤੀ ਜੀ। ਫਿਰ ਕਿਹਨਾਂ ਦੇ ਨਾਲ ਤੁਹਾਡਾ ਮਿਲਾਪ ਹੋਇਆ, ਜਿਨ੍ਹਾਂ ਦੇ ਨਾਲ ਗਾਇਕੀ ਤੁਸੀਂ ਪੇਸ਼ ਕਰ ਰਹੇ ਹੋ? ਕਾਫੀ ਸਿੰਗਰਾਂ ਦੇ ਨਾਲ ਮੇਰਾ ਮਿਲਾਪ ਹੋਇਆ, ਪਰ ਸਾਥ ਮੈਨੂੰ ਐਸਾ ਵੈਸਾ ਹੀ ਮਿਲਿਆ। ਕਿਸੇ ਨੇ ਸਾਥ ਕਿਉਂ ਨਹੀਂ ਦਿੱਤਾ? ਵੈਸੇ ਜੀ ਅਗਲੇ ਕਹਿੰਦੇ ਸੀ ਵੀ ਇਹ ਕੁੜੀ ਕੋਲੇ ਇਕੱਲਾ ਵੀ ਕਿਤੇ ਅੱਗੇ ਨਾ ਆ ਜਾਂਦੀ ਹੋਵੇ। ਇੱਕ ਗਰੀਬੀ ਦਾ ਕਰਕੇ ਮੈਂ ਅੱਗੇ ਨਹੀਂ ਵੱਧ ਸਕੀਗੀ, ਕਿਉਂਕਿ ਪਰਮਾਤਮਾ ਕਲਾ ਦੇ ਦਿੰਦਾ, ਉਹਦੇ ਕੋਲੇ ਕੈਸ਼ ਦੀ ਘਾਟ ਹੋ ਜਾਂਦੀ ਆ ਕਿ ਜਿਹੜੀ ਗੱਲੋਂ ਮੈਂ ਅੱਗੇ ਨਹੀਂ ਆ ਸਕੀਗੀ। ਕਈ ਹੋਰ ਅੰਦਰੂਨੀ ਗੱਲਾਂ ਹੁੰਦੀਆਂ ਜਿਹੜੀ ਕਿ ਮੈਂ ਦੱਸ ਨਹੀਂ ਸਕਦੀ ਆਪਦੇ ਬਾਰੇ, ਕਿ ਮੈਂ ਇੰਨੀ ਕੁ ਗਰੀਬੀ ਦੇ ਵਿੱਚੋਂ ਮੈਂ ਨਿਕਲ ਰਹੀ ਹਾਂ। ਇਹੋ ਜਿਹੀ ਕੋਈ ਘਟਨਾ ਜਿਹੜਾ ਤੁਹਾਡਾ ਨਾਮ ਵਰਤ ਕੇ ਜਿਹੜਾ ਪੈਸਾ ਹੈ ਉਹ ਕਿਸੇ ਨੇ ਹੜੱਪ ਕਰ ਲਿਆ ਹੋਵੇ, ਕੋਈ ਐਸੀ ਘਟਨਾ? ਐਸੀ ਘਟਨਾ ਤਾਂ ਵੈਸੇ ਮੇਰੀ ਲਾਈਨ ਦੇ ਵਿੱਚ ਮੇਰੇ ਨਾਲ ਨਹੀਂ ਹੋਏਗੀ। ਬਸ ਇੰਨਾ ਕੁ ਘਟਨਾ ਮੇਰੇ ਨਾਲ ਜ਼ਰੂਰ ਵਾਪਰਦੀ ਰਹੀ ਹੈ। ਐਗਰੀਮੈਂਟ ਕਰ ਲੈਂਦੇ ਹੁੰਦੇ ਸੀਗੇ ਅਤੇ ਉਹ ਜਣੀ ਦੀ ਪਾਰ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਸੀ, ਸੰਨ 'ਚ ਹੀ ਸਾਨੂੰ ਉਲਝਾਈ ਰੱਖਦੇ ਸੀ। ਤੁਹਾਡਾ ਜਿਹੜਾ ਗਾਉਣਾ ਹੈ, ਆਵਾਜ਼ ਦੀ ਜਿਹੜੀ ਕਲਾ ਹੈ ਤੁਹਾਡੀ, ਉਹਦਾ ਕੋਈ ਮੁੱਲ ਨਹੀਂ ਪਿਆ? ਹਾਂਜੀ, ਬਿਲਕੁਲ। ਕੁਲਵੀਰ ਗੋਗੀ ਜੀ ਦਾ ਕਹਿਣਾ ਜੀ ਕਿ ਮੇਰੀ ਜਿਹੜੀ ਕਲਾ ਹੈ ਉਹਦਾ ਕੋਈ ਮੁੱਲ ਨਹੀਂ ਪਿਆ। ਅੱਜ ਜਿਹੜੇ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਜਿੰਨੀ ਤੁਹਾਡੀ ਕਲਾ ਹੈ, ਉਹ ਕਿਹਦਾ ਘਰ ਹੈ? ਉਹ ਘਰ ਇੱਥੇ ਪਿੰਡ 'ਚ ਹੀ ਅਸੀਂ ਗਹਿਣੇ 'ਤੇ ਲਿਆ ਵਿਆ, 5ਵਾਂ 6ਵਾਂ ਘਰ ਬਦਲ ਚੁੱਕੇ ਹਾਂ ਜੀ ਅਸੀਂ। ਕਿਰਾਏ 'ਤੇ ਘਰ ਦੇ ਵਿੱਚ ਤੁਸੀਂ ਰਹਿ ਰਹੇ? ਉਹ ਵੀ ਸਾਡੀ ਮਦਦ ਮੇਰੇ ਵੀਰ ਰਜਿੰਦਰ ਬਾਜਵਾ ਜੀ ਨੇ, ਹੋਰ ਕਈ ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀਗੀ, ਤਕਰੀਬਨ ਉਹਨਾਂ ਦੇ ਕੋਲੋਂ ਕੁਝ ਸਾਨੂੰ ਪੈਸੇ ਇਕੱਠੇ ਹੋਏ ਆ, ਲੱਖ ਰੁਪਈਆ ਸਾਨੂੰ ਇਕੱਠਾ ਹੋਇਆ, ਜਿਹਦੇ ਗਹਿਣੇ 'ਤੇ ਅਸੀਂ ਵੀ ਬੈਠੇ ਹਾਂ। ਉਹ ਜਿਹੜੇ ਹਾਂਜੀ ਬੀਬਾ ਜੀ, ਇੱਕ ਸਾਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਕਈ ਜਿਹੜੇ ਕਾਲਜ ਸਨ ਉਹਨਾਂ ਦੇ ਵਿੱਚ ਐਡਜਸਟ ਕੀਤਾ ਜਾਂਦਾ ਸੀ, ਲੈ ਕੇ ਜਾਂਦੇ ਸੀ ਕਿ ਅੱਜ ਤੁਹਾਨੂੰ ਮਦਦ ਦੀ ਗੁਹਾਰ ਦਾਨੀ ਸੱਜਣਾ ਦੇ ਕੋਲੋਂ ਲਾਉਣੀ ਪਈ ਹੈ।
ਤੁਹਾਡਾ ਆਵਾਜ਼ ਉਹਨਾਂ ਨੇ ਵੇਚ ਦਿੱਤੀ, ਉਹਨਾਂ ਵੱਲੋਂ ਤੁਹਾਡੀ ਕੋਈ ਮਦਦ ਹੋਈ? ਨਹੀਂ, ਮੇਰੀ ਕੋਈ ਮਦਦ ਨਹੀਂ ਕੀਤੀ ਸਰ ਉਹਨਾਂ ਨੇ। ਸਿਰਫ ਇੱਕ ਗੀਤ ਗਵਾ ਦਿੰਦੇ ਸੀਗੇ, 2500 3000 ਰੁਪਇਆ ਦੇ ਦਿੱਤਾ, ਬਸ ਇੰਨੀ ਕੁ ਮੇਰੀ ਹੈਲਪ ਹੁੰਦੀ ਸੀ, ਉਹ ਵੀ ਮੈਂ ਆਪਦੀ ਕਰਕੇ ਲੈਂਦੀ ਸੀ। ਜਾਂ ਜਿਹੜੀਆਂ ਸਰਕਾਰੀ ਸਹੂਲਤਾਂ ਜਿਵੇਂ 5-5 ਮਰਲੇ ਦੇ ਜਿਹੜੇ ਪਲਾਟ ਹੈ ਉਹ ਗਰੀਬਾਂ ਨੂੰ ਦੇ ਦਿੱਤੇ ਗਏ ਸੀ, ਕਈਆਂ ਨੂੰ ਮਿਲੇ ਵੀ, ਕਈਆਂ ਨੂੰ ਨਹੀਂ ਮਿਲੇ, ਕੀ ਕੋਈ ਸਰਕਾਰੀ ਜਿਹੜੀ ਸਹੂਲਤ ਹੈ ਪਹੁੰਚੀ? ਨਹੀਂ, ਕੋਈ ਸਹੂਲਤ ਨਹੀਂ ਪਹੁੰਚੀ। ਅਸੀਂ ਬਹੁਤ ਵਾਰੀ ਸਰਪੰਚਾਂ ਮੈਂਬਰਾਂ ਨੂੰ ਵੀ ਕਿਹਾ, ਸਾਨੂੰ ਜੇ ਸਾਡਾ ਪਾਸ ਹੋ ਕੇ ਵੀ ਆ ਗਿਆ ਤਾਂ ਵੀ ਸਾਨੂੰ ਕਿਸੇ ਨੇ ਹਾਂ ਨਾ ਦਾ ਜਵਾਬ ਨਹੀਂ ਦਿੱਤਾ ਗਾ। ਮੈਡਮ, ਤੁਸੀਂ ਇਸ ਵਕਤ ਡਿਪਟੀ ਕਮਿਸ਼ਨਰ ਫਰੀਦਕੋਟ ਸਾਹਿਬ ਜੀ ਦੇ ਏਰੀਏ ਦੇ ਵਿੱਚ, ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰਹਿ ਰਹੇ ਹੋ, ਇੱਥੋਂ ਦੇ ਵਸਨੀਕ ਹੋ ਜੀ। ਤੁਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਜਾਂ ਹੋਰ ਕਿਸੇ ਵੀ ਅਫਸਰ ਸਾਹਿਬਾਨ ਨੂੰ ਇਸ ਬਾਰੇ ਮਿਲਿਓ ਵੀ ਸਾਨੂੰ ਮਕਾਨ ਦੀ ਨਗਦ ਰਾਸ਼ੀ ਮਕਾਨ ਬਣਾਉਣ ਵਾਸਤੇ ਜਾਂ ਕੋਈ ਹੋਰ ਹੈਲਪ ਤੁਹਾਡੀ ਨਗਦ ਪੇਮੈਂਟ ਦੀ ਜਾਂ ਕੋਈ ਚੈੱਕ ਤੁਹਾਨੂੰ ਗਵਰਨਮੈਂਟ ਨੇ ਜਾਂ ਡੀਸੀ ਸਾਹਿਬ ਫਰੀਦਕੋਟ ਨੇ ਦਿੱਤਾ ਕੋਈ? ਨਹੀਂ, ਕੋਈ ਦਿੱਤਾ ਨਹੀਂ ਜੀ। ਹਾਂਜੀ ਦਰਸ਼ਕੋ, ਇਹਨਾਂ ਦੀ ਮਦਦ ਦੀ, ਇਹਨਾਂ ਦੇ ਘਰ ਬਣਾਉਣ ਦੀ ਜ਼ਰੂਰਤ ਹੈ। ਆਪਾਂ ਇਹਨਾਂ ਦਾ ਗੁਣ ਤੁਹਾਡੇ ਅੱਗੇ ਨਾਲ ਦੀ ਨਾਲ ਪੇਸ਼ ਕਰ ਰਹੇ ਹਾਂ। ਇਹਨਾਂ ਦੀਆਂ ਜੋ ਵੀ ਐਲਬਮ ਆਈਆਂ ਨੇ ਉਹ ਵੀ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਦਿਖਾਉਂਦੇ ਜਾਵਾਂਗੇ। ਤੇ ਇੱਕ ਇਹਨਾਂ ਦੀ ਜਿਵੇਂ ਨਗਿੰਦਰ ਬੀਬਾ ਜੀ ਨੇ ਗਾਇਆ ਸੀ, ਨੰਦ ਲਾਲ ਨੂਰਪੁਰੀ ਦਾ ਲਿਖਿਆ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ, ਤੇ ਉਹਨਾਂ ਦਾ ਬੋਲ ਆਪਾਂ ਇਹ ਬੀਬਾ ਜੀ ਦੇ ਕੋਲੋਂ ਜ਼ਰੂਰ ਸੁਣਾਂਗੇ, ਉਹਨਾਂ ਦੀ ਆਵਾਜ਼। ਕਿੱਥੇ ਮਾਤਾ ਤੋਰ ਆਈ ਜੀਤ ਤੇ ਜਜਾਰ ਨੂੰ, ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਕਿੱਥੇ ਮਾਤਾ ਤੋਰ ਆਈ ਚਾਈ ਜਿਨ੍ਹਾਂ ਦੀਆਂ ਘੋੜੀਆਂ ਸੀ ਗਾਉਣੀਆਂ, ਸੇਰਿਆਂ ਦੇ ਨਾਲ ਸੀ ਜੋ ਸੋਹਣੀਆਂ ਸਜਾਉਣੀਆਂ, ਸੇਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ। ਕਿੱਥੇ ਮਾਤਾ ਤੋਰ ਆਈ ਜੀਤ ਤੇ ਜਜਾਰ ਨੂੰ, ਵੇੜੇ ਦੀਆਂ ਰੌਣਕਾਂ ਤੇ ਸੁੰਨੇ ਜਾਪਦੇ ਨੇ ਮੈਲ ਤੇ ਅਟਾਰੀਆਂ, ਚੰਦ ਜਈਆਂ ਸੂਰਤਾਂ ਏ ਕਿੱਥੇ ਗਈਆਂ ਪਿਆਰੀਆਂ। ਸੁੰਨੇ ਜਾਪਦੇ ਨੇ ਮੈਲ ਤੇ ਉਟਾਰੀਆਂ, ਚੰਦ ਜਈਆਂ ਸੂਰਤਾਂ ਏ ਕਿੱਥੇ ਗਈਆਂ ਪਿਆਰੀਆਂ। ਕਾਨੂੰ ਤੋਰ ਦਿੱਤਾ ਇਹਨੇ ਸੋਹਣੇ ਪਰਿਵਾਰ ਨੂੰ, ਕਿੱਥੇ ਮਾਤਾ ਤੋਰ ਆਈ ਜੀਤ ਤੇ ਜਜਾਰ ਨੂੰ, ਵੇੜੇ ਦੀਆਂ ਰੌਣਕਾਂ ਤੇ। ਪਿਤਾ ਦਸ਼ਮੇਸ਼ ਜਦੋਂ ਚਾਈ ਆਉਣਗੇ, ਅੱਜ ਕਿੱਥੋਂ ਹਾਕਾਂ ਮਾਰੇ ਉਹਨਾਂ ਨੂੰ ਬੁਲਾਉਣਗੇ। ਪਿਤਾ ਦਸ਼ਮੇਸ਼ ਜਦੋਂ ਚਾਈ ਆਉਣਗੇ, ਅੱਜ ਕਿੱਥੋਂ ਹਾਕਾਂ ਮਾਰੇ ਇਹਨਾਂ ਨੂੰ ਬੁਲਾਉਣਗੇ। ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ, ਕਿੱਥੇ ਮਾਤਾ ਤੋਰ ਆਈ ਜੀਤ ਤੇ ਜਜਾਰ ਨੂੰ, ਵੇੜੇ ਦੀਆਂ ਰੌਣਕਾਂ ਤੇ। ਜੀ ਇਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ, ਜਿਹੜਾ ਆਪ ਦਰਸ਼ਕਾਂ ਨੇ ਬੜੀ ਸੁੰਦਰ ਆਵਾਜ਼ ਦੇ ਅੰਦਰ ਸਭਨਾਂ ਨੇ ਸੁਣਿਆ। ਸੋ ਦਰਸ਼ਕਾਂ ਨੂੰ ਸਾਡੇ ਚੈਨਲ ਦੇ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਇੰਨਾ ਗੁਣ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼ਮਸ਼ੇਰ ਸੇਖੋਂ ਜੀ ਹੋ ਗਏ, ਹੋਰ ਮੇਰੇ ਕਈ ਵੀਰ, ਰਾਜਵੀਰ ਜੀ ਹੁਣੀ ਹੋ ਗਏ, ਜਸਵੀਰ ਭਲੂਰੀਆ ਜੀ ਹੋ ਗਏ, ਇਹਨਾਂ ਦੇ ਵੀਰਾਂ ਦੀ ਮਦਦ ਦੇ ਨਾਲ ਤਕਰੀਬਨ ਜੰਦਿਆ ਬੈਠੇ ਆ ਗਏ। ਜਿਹੜਾ ਮਕਾਨ ਗਹਿਣੇ ਲੈ ਕੇ ਕੁਲਵੀਰ ਗੋਗੀ ਜੀ ਅੱਜ ਬੈਠੇ ਨੇ, ਜਿਨ੍ਹਾਂ ਦੀ ਪਿਛਲੀ ਕਲਾ ਜਿਹੜੀ ਖੇਤਰ ਹੈ ਉਹਦਾ ਤੁਹਾਡਾ ਜਿਹੜੀ ਵਿਚਾਰ ਹੈ, ਜਿਵੇਂ ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਵੱਖਰੀ ਗਾਇਕੀ ਕਿਵੇਂ ਪੇਸ਼ ਕਰਦੇ? ਦੇਖੋ ਜੀ, ਮੇਰੀ ਸ਼ੁਰੂਆਤ ਇਹੋ ਹੀ ਹੈ ਕਿ ਮੈਂ ਸੱਭਿਆਚਾਰਕ ਗੀਤ ਗਾਉਂਦੀ ਹਾਂ। ਮੈਂ ਨਰਿੰਦਰ ਬੀਬਾ ਦੇ ਤਕਰੀਬਨ ਆਲਮਲਵਾਰ ਹੋਇਆ, ਨਰਿੰਦਰ ਬੀਬਾ ਹੋਇਆ, ਹੋਰ ਕਈ ਲੋਕ ਦੱਥ ਲੋਕ ਗੀਤ ਜਿਹੜੇ ਲੋਕੀ ਸੁਣਦੇ ਨੇ, ਕਾਫੀ ਮੈਂ ਨਰਿੰਦਰ ਬੀਬਾ ਦੇ ਗੀਤ ਵੀ ਗਾਉਂਦੀ ਹਾਂ। ਗਾ ਸਕਦੇ ਹੋ?
ਹਾਂ, ਇਹ ਕੋਈ ਨਰਿੰਦਰ ਬੀਬਾ ਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ, ਤੁਹਾਡੇ ਮਨ ਨੂੰ, ਕੋਈ ਆਵਾਜ਼ ਸੁਣਾਓ। ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਹਰੇ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਹਰੇ, ਆਖਨੀ ਨਣਾ ਨੇ ਤੇਰੇ ਵੀਰ ਨੂੰ ਕਦੇ ਤਾਂ ਪੈਣਾ ਹੱਸਿਆ ਕਰੇ, ਕਦੇ ਤਾਂ ਪੈਣਾ ਹੱਸਿਆ ਕਰੇ। ਵੇਖ ਨਿਖਰੀ ਦੁਪਹਿਰ ਖੇਤੀ ਹੱਸਣੇ ਕਪਾਵਾਂ ਟਿੰਡਾ ਫੁੱਟ ਬਣ ਜਾਏ ਨੀ ਮੈਂ ਜੀ ਨੂੰ ਹੱਥ ਲਾਵਾਂ। ਵੇਖ ਨਿਖਰੀ ਦੁਪਹਿਰ ਖੇਤੀ ਹੱਸਣੇ ਕਪਾਵਾਂ ਟਿੰਡਾ ਫੁੱਟ ਬਣ ਜਾਏ ਨੀ ਮੈਂ ਜੀ ਨੂੰ ਹੱਥ ਲਾਵਾਂ। ਸਾਡੇ ਸੀਨੇ 'ਚ ਸੁਗੰਧ ਵਾਂਗੂ ਹੱਸਿਆ ਕਰੇ, ਆਖਨੀ ਨਣਾ ਨੇ ਤੇਰੇ ਵੀਰ ਨੂੰ ਕਦੇ ਤਾਂ ਪੈੜਾ ਹੱਸਿਆ ਕਰੇ, ਕਦੇ ਤਾਂ ਪੈੜਾ ਹੱਸਿਆ ਕਰੇ। ਹਾਂਜੀ, ਤੁਸੀਂ ਦਰਸ਼ਕੋ ਆਵਾਜ਼ ਸੁਣੀ ਹੈ। ਬਿਲਕੁਲ ਨਰਿੰਦਰ ਬੀਬਾ, ਉਹਨਾਂ ਦੀ ਜਿਹੜੀ ਆਵਾਜ਼ ਹੈ, ਸੱਭਿਆਚਾਰਕ ਜਿਨ੍ਹਾਂ ਦੇ ਗੀਤ ਪੂਰੀ ਤਰ੍ਹਾਂ ਮੰਨੇ ਜਾਂਦੇ ਨੇ, ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੇ ਜਾਂਦੇ ਨੇ, ਜਿਨ੍ਹਾਂ ਨੂੰ ਬੜਾ ਮਾਣ ਵੀ ਮਿਲਿਆ ਹੈ। ਅੱਜ ਉਹੀ ਆਵਾਜ਼, ਉਹੀ ਦੁਬਾਰਾ ਅੰਦਾਜ਼ ਜਿਹੜਾ ਦਰਸ਼ਕਾਂ ਦੀ ਕਚਹਿਰੀ ਦੇ ਅੰਦਰ ਇਹ ਬੀਬੀ ਜੀ ਜਿਹੜੇ ਪੇਸ਼ ਕਰ ਰਹੇ ਨੇ। ਗੱਲ ਕਰਦੇ ਹਾਂ ਅੱਜ ਜਿਹੜਾ ਤੁਹਾਡਾ ਕਹਿਣਾ ਹੈ ਕਿ ਜਿਵੇਂ ਤੁਹਾਨੂੰ ਮਦਦ ਦੀ ਜ਼ਰੂਰਤ ਹੈ, ਦਰਸ਼ਕਾਂ ਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਇਹ ਬੇਨਤੀ ਜ਼ਰੂਰ ਕਰਾਂਗੇ। ਦਰਸ਼ਕੋ, ਤੁਸੀਂ ਬੜੇ ਦਾਨੀ ਹੋ, ਤੁਹਾਡੇ ਵਿੱਚ ਪ੍ਰਮਾਤਮਾ ਦਾ ਵਸ ਹੈ, ਕਿਉਂ ਨਾ ਇਹਨਾਂ ਦੀ ਕਲਾ ਵੇਖ ਕੇ, ਕਿਉਂਕਿ ਕਲਾ ਦਾ ਮੁੱਲ ਵੀ ਪੈਣਾ ਚਾਹੀਦਾ, ਇਹਨਾਂ ਦੀ ਕਲਾ ਵੇਖ ਕੇ ਕੁਝ ਨਾ ਕੁਝ ਇਹਨਾਂ ਦੀ ਮਦਦ ਕੀਤੀ ਜਾਏ। ਕਿਸੇ ਤੋਂ ਧਨ ਨਹੀਂ ਮੰਗਿਆ ਜਾਂਦਾ, ਕਿਸੇ ਤੋਂ ਰੁਪਈਏ ਬਹੁਤੇ ਨਹੀਂ ਮੰਗੇ ਜਾਂਦੇ, ਆਪਣੀ ਆਪਣੀ ਮਨ ਦੀ ਮਰਜ਼ੀ ਅਨੁਸਾਰ ਇਹਨਾਂ ਦੀ ਕਲਾ ਵੇਖ ਕੇ, ਇਹਨਾਂ ਦੇ ਸੱਭਿਆਚਾਰਕ ਜਿਹੜਾ ਕਿੱਤਾ ਹੈ ਅੱਗੇ ਨੂੰ ਜਿਹੜੇ ਵਧਾ ਰਹੇ ਨੇ, ਉਹਨਾਂ ਨੂੰ ਵੇਖ ਕੇ ਆਪਾਂ ਬੀਬੀ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਮਦਦ ਦੀ ਜ਼ਰੂਰਤ ਹੈ? ਮੈਂ ਚਾਹੁੰਦੀ ਹਾਂ ਕਿ ਮੇਰੀ ਮਦਦ ਕੀਤੀ ਜਾਵੇ। ਘਰ ਬੰਨੀਓ ਅਸੀਂ ਵੀ ਬਹੁਤ ਔਖੇ ਹਾਂ। ਅਸੀਂ ਇੱਥੋਂ ਦੇ ਸਰਪੰਚ ਮੈਂਬਰਾਂ ਨੂੰ ਵੀ ਕਿਹਾ, ਸਾਡੀ ਤਕਰੀਬਨ ਕਿਸੇ ਨੇ ਵੀ ਨਹੀਂ ਸੁਣੀ ਗੀ। ਕਿ ਇਹੋ ਹੀ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਮੇਰੀ ਮਦਦ ਕੀਤੀ ਜਾਵੇ। ਘਰ ਬਣਾਉਣ ਦੇ ਵਾਸਤੇ ਤੁਹਾਡਾ ਥਾਂ ਆਪਣਾ ਹੈ?